ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਸਥਾਨ ਠਾਠ ਸ਼ੇਰਪੁਰ ਕਲਾਂ ਦੇ ਸਰਪ੍ਰਸਤ ਬਾਬਾ ਚਰਨ ਸਿੰਘ ਜੀ ਕੋਲੋਂ ਸਵਾਲਾਤ ਕਰਨੇ, ਜਿੱਦਾਂ ਕਿ ਆਪਣੀ ਪਿਛਲੀਆਂ ਲੜੀਆਂ ਚੱਲ ਰਹੀਆਂ ਸਵਾਲ ਜਵਾਬਾਂ ਦੀਆਂ, ਉਸੇ ਨੂੰ ਜੋੜਦਿਆਂ ਹੋਏ ਅਗਲੇ ਸਵਾਲ ਜਵਾਬ ਦੀ ਲੜੀ ਆਪਾਂ ਸ਼ੁਰੂ ਕਰਾਂਗੇ। ਪਹਿਲਾ ਸਵਾਲ ਆਪਾਂ ਇਹ ਪੁੱਛਣਾ ਵਾ ਵੀ ਨਾਨਕਸਰ ਦੇ ਵਿੱਚ ਤੁਸੀਂ ਕਿਸ ਤੋਂ ਵਰਸ ਆਏ ਹੋ? ਦੇਖੋ, ਮੈਂ ਨਾਨਕਸਰ ਤੋਂ ਕਿਸੇ ਤੋਂ ਵਰਸ ਆਇਆ ਨਹੀਂ। ਮੈਨੂੰ ਜੋ ਕੁਝ ਮਿਲਿਆ ਮੇਰੇ ਪਿਤਾ ਬਾਬਾ ਸ਼ੇਰ ਸਿੰਘ ਤੋਂ ਮਿਲਿਆ। ਉਹਨੇ ਬਾਬਾ ਜੀ ਦੇ ਬਚਨਾਂ ਨੂੰ ਮੈਨੂੰ ਸੁਣਾਉਂਦਾ ਰਿਹਾ, ਦੱਸਦਾ ਰਿਹਾ, ਤੇ ਉਹਨਾਂ ਨੂੰ ਮੈਂ ਪੱਲੇ ਬੰਨ੍ਹਿਆ। ਠੀਕ ਹੈ। ਕਿਉਂਕਿ ਉਹ ਵੀ ਨਾਨਕਸਰ ਦੇ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਟਾਈਮ ਉੱਥੇ ਰਿਹਾ। ਬਾਕੀ ਰਹੀ ਗੱਲ, ਉਹਨਾਂ ਦਾ ਮੁੱਖ ਉਪਦੇਸ਼ ਇਹ ਸੀ ਕਿ ਪੁੱਤਰੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਕਮਾਈ ਦਾ ਸਾਧਨ ਨਾ ਬਣਾਇਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਿਓ, ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹੂਗਾ। ਇਨਸਾਨ ਜਿਹੜਾ ਹੈਗਾ ਦੌਲਤ ਦਾ ਭੁੱਖਾ। ਹੁਣ ਜੇ ਮੈਂ ਕਹਾਂ ਵੀ ਸਾਰੇ ਸ਼ੇਰਪੁਰੇ ਦੀ ਜਾਇਦਾਦ ਮੇਰੀ ਹੋ ਜਾਵੇ ਜਾਂ ਮੈਨੂੰ ਮਿਲ ਜਾਵੇ, ਨਹੀਂ, ਬੇਤਮੂਜ ਵੀ ਮਿਲਣੀ ਆ। ਜਿੰਨਾ ਕੁ ਭਾਂਡਾ ਹੈਗਾ ਉਨੀ ਕੁ ਵਸਤੂ ਪੈਣੀ ਆ। ਕਹਿੰਦੀ ਅਸੀਂ ਬਹੁਤ ਸੋਚਦੇ ਹਾਂ ਵੀ ਸਾਨੂੰ ਆਹ ਮਿਲ ਜੇ, ਸਾਨੂੰ ਆਹ ਮਿਲ ਜੇ। ਨਹੀਂ, ਜਿੰਨੀ ਕੁ ਸਾਡੀ ਬਿਹਤ ਹੈ ਉਹਨਾਂ ਕੁ ਮਾਲਕ ਦਿੰਦਾ ਹੈ। ਬਾਕੀ ਰਹੀ ਗੱਲ, ਇਹ ਗੁਰੂ ਸਾਹਿਬਾਂ ਦਾ ਉਪਦੇਸ਼ ਹੈ, ਜੰਮਣ ਮਰਨਾ ਹੁਕਮ ਹੈ। ਜਿਹੜੇ ਇਹ ਜ਼ਿੰਦਗੀ ਤੇ ਮੌਤ, ਇਹ ਰੱਬ ਦੇ ਹੱਥ ਵਿੱਚ ਹੈ। ਹੁਕਮ ਤੋਂ ਬਗੈਰ ਜੰਮਦਾ ਨਹੀਂ, ਹੁਕਮ ਤੋਂ ਬਗੈਰ ਮਰਦਾ ਨਹੀਂ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਕਈ ਲੋਕ ਤਾਂ ਸੁਣ ਕੇ ਮੰਨ ਜਾਂਦੇ ਆ, ਤੇ ਕਈ ਲੋਕ ਦੇਖ ਕੇ ਵੀ ਨਹੀਂ ਮੰਨਦੇ। ਗੁਰੂ ਨਾਨਕ ਸਾਹਿਬ ਆਪ ਰੱਬ ਸੀ, ਰੱਬ ਨੇ ਦੇਹਧਾਰੀ ਸੀ। ਉਹਨਾਂ ਤੇ ਵੀ ਲੋਕ ਕਿੰਤੂ ਪਰੰਤੂ ਕਰੀ ਜਾਂਦੇ ਆ। ਹੁਣ ਮੈਂ ਥੋੜਾ ਜਿਹਾ ਇਸ ਪਾਸੇ ਨੂੰ ਆਇਆ ਬਈ ਇਹ ਕਿਸ ਤਰ੍ਹਾਂ। ਇੱਕ ਵਾਰ ਦਾ ਜ਼ਿਕਰ ਹੈ, ਦੂਸਰੇ ਪਾਤਸ਼ਾਹ ਸਤਿਗੁਰੂ ਗੁਰੂ ਅੰਗਦ ਸਾਹਿਬ, ਇੱਕ ਸਿੱਖ ਉਹਨੂੰ ਜੇ ਸੇਵਾਦਾਰ ਕਹਿਣ ਵੀ ਚੱਲ ਤੂੰ ਕੰਮ ਕਰ ਲਾ, ਕੋਈ ਆਹ ਕਰ ਲਾ ਜਾਂ ਸੇਵਾ ਕਰਾ ਸਾਡੇ ਨਾਲ, ਉਹ ਅੱਗੋਂ ਭੱਜ ਕੇ ਪਵੇ ਵੀ ਮੈਨੂੰ ਮਹਾਰਾਜ ਕਹਿਣਗੇ ਤਾਂ ਮੈਂ ਕਰੂੰਗਾ, ਤੇ ਤੁਹਾਡੇ ਕਹੇ ਨਹੀਂ ਮੈਂ ਕਰਨਾ। ਮਹਾਰਾਜ ਜੀ ਕੋਲ ਸ਼ਿਕਾਇਤ ਕੀਤੀ ਜੀ, ਉਹ ਕੋਈ ਗੱਲ ਹੀ ਨਹੀਂ ਮੰਨਦਾ, ਸਾਡੀ ਸੁਣਦਾ ਨਹੀਂ ਗਾ। ਸਤਿਗੁਰੂ ਕਹਿੰਦੇ ਉਹਨੂੰ ਕੋਲੇ ਲਿਆਓ। ਜਦੋਂ ਫਿਰ ਸਤਿਗੁਰਾਂ ਦੇ ਪੇਸ਼ ਹੋਇਆ, ਕਹਿੰਦੇ ਕਿਉਂ ਵੀ ਤੂੰ ਸੇਵਾ ਨਹੀਂ ਕਰਦਾ? ਕਹਿਣ ਲੱਗਾ ਜੀ ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ, ਪਰ ਇਹਨਾਂ ਦੇ ਕਹੇ ਲੱਗ ਕੇ ਮੈਂ ਸੇਵਾ ਨਹੀਂ ਕਰਨੀ। ਸਤਿਗੁਰੂ ਕਹਿੰਦੇ ਮੇਰਾ ਹੁਕਮ ਹੈ, ਸੜ ਕੇ ਮਰ ਜਾ। ਬਿਆਸਾ ਦਰਿਆ ਦੇ ਕਿਨਾਰੇ ਆ ਗਿਆ। ਕਿਨਾਰੇ ਆ ਕੇ ਲੱਕੜਾਂ ਇਕੱਠੀਆਂ ਕੀਤੀਆਂ, ਅੱਗ ਲਾ ਲਈ। ਮਨ ਦੇ ਵਿੱਚ ਸੋਚਦਾ ਕਿ ਗੁਰੂ ਸਾਹਿਬਾਂ ਨੇ ਮੈਨੂੰ ਮਰਨ ਬਾਰੇ ਕਹਿਤਾ, ਹੋਰ ਕੋਈ ਵਰ ਨਹੀਂ ਦਿੱਤਾ। ਇਹੀ ਗੱਲਾਂ ਸੋਚਦਾ ਤੇ ਉਹਦੇ ਉੱਤੋਂ ਦੀ ਅੰਗੀਠੇ ਦੇ ਉੱਤੋਂ ਦੀ ਗੇੜੇ ਕੱਢਣ ਲੱਗ ਗਿਆ। ਗੇੜੇ ਕੱਢਦਾ ਕੱਢਦਾ ਇਤਨੇ ਨੂੰ ਇੱਕ ਚੋਰ ਆ ਗਿਆ, ਭੱਜਿਆ ਭੱਜਿਆ। ਉਹ ਕਹਿੰਦਾ ਕੀ ਗੱਲ, ਤੈਨੂੰ ਅੱਗ ਲਾਈ ਹੈ ਵੀ ਤੂੰ ਇੱਥੇ ਗੇੜੇ ਕੱਢੀ ਜਾਂਦਾ? ਉਹ ਕਹਿੰਦਾ ਮੈਨੂੰ ਗੁਰੂ ਸਾਹਿਬਾਂ ਦਾ ਹੁਕਮ ਹੈ, ਦੂਸਰੇ ਗੁਰੂ ਨਾਨਕ ਦਾ, ਵੀ ਸੜ ਕੇ ਮਰ ਜਾ।
मेरा मरन ਨੂੰ जी नहीं करता। वो कहता कर सुन, मैं आ राजे की चोरी की, मेरे को बहुत धन है, तू आ धन लै ला तो चोरी छड़ दे, गुरु का वचन मैनू दे दे। उस सिख ने फिर उस तरह ही किया, धन लै लिया, चोरी छड़ती भी ये वचन तेनू दिता गुरु साहिबां दा वचन। उन्हें अग दे विच छाल मारी ते सड़ के मर गया। इतने नूं लभदी लभदी पुलिस आ गई। वो कहने लगे भी इधर चोर आया सीगा, उसकी तलाशी लैन लगे। वो राजे का धन उहदे कोलों बरामद हो गया ते पुलिस वालियां ने उहनूं भी कुट के मारता। मेरे कहने का भाव यह आ भी उस चोर ने तो गुरु साहिबां दे दर्शन नहीं सी कीते, ते उहने वचन लैके ही भी गुरु साहिबां दा वचन मैनू दे दे ते मैं मर जाना। उन्हें चेखा विच छाल मारती ते उधर जिहड़ा सिख सीगा उहनूं पुलिस ने कुट के मारता। मरे तो दोनों ही आ। कई लोग तो सुन के हुण आपां गुरु साहिबां दे दर्शन तो कीते नहीं गए, आपां सुन के मन्नी जाने, सुन के ही सत्कार करते हैं। ते जिहड़े लोग जद उस टाइम होणगे शायद वो ना मनते होण। मैं एक दिन अपने इत्थे वो चिलमा पीण वाले संत जे आ गए, ते मैं उन्होंने चलो उन्होंने कहा जी बई सानू कोई दान करो। मैं उन्हें 100 रुपया दिता। 100 रुपया दिता तो मैनू सेवादार पुछण लगे जी चिलमा पीण वाले भी तुसीं इन्हां दा क्यों सत्कार किया? मैं को ये भी सिख ही है। कहते यो किवें सिख है? जदों मुसलमाना ने जंदी अब्दाली हुणां ने इन्हां सारे ने कहता सी भी सिखां दा खुरा कोई मिटा दिओ। उस टाइम ये जिहड़े सिख सीगे भोरियां दा रिवाज उदों दा चलिया होया। ये सतगुरु गुरु ग्रंथ साहब के स्वरूप भोरियां विच लैके बह गए ते बाहर बैठ के आप चिलमा पीण लग गए। अब्दाली दियां फौजां आउण देखण, वो कहंदे ये चिलमा पीने जे ये काहनूं सिख आ, उन्हां नूं देख के छड्ड जिया करन। अज आपां सतगुरां दे स्वरूपां दे दर्शन करदे आ, मैं कहा इन्हां दी बदौलत करदे आ, इन्हां दी सेवा नूं मत्था टेकदे आ असीं। इन्हां ने जंदी मन्निया, चाहे इन्हां ने नहीं मन्निया होगा, मैं कहा इन्हां दे पुराने बजुर्गां ने मन्निया होगा। साडे तो मनां दे विच ईरखा बड़ी हुई आ। अज मैं तुहानूं दसना चाहुंदा सीगा, पहले तो मनण दा मन बनाओ कि तुसीं मनदे आ। राम राम सब कूक है, कहिए राम ना होए, गुर प्रसादी राम मन बसै तां फल पावै कोई। फल प्राप्त तां ही होना जेकर जे बैठे जे आपां फलाने दी गड्डी पैंचर हो जाए, फलाने दा आए हो जाए, फलाने दा आए हो जाए, राम 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 करते रहिए, इदां नहीं। महाराज कहते राम राम सब कूक है, कहिए राम ना होए, गुर प्रसादी राम मन बसै तां फल पावै कोई। हर एक गुरुद्वारे दे विच सवेर के टाइम श्री हरमंदर साहब तो जदों कीर्तन आउंदा, जो सतगुरु आउंदे आ उस टाइम उत्थे पढ़दे आ सतनाम श्री वाहिगुरु साहिब जी, यदि इस तरह पढ़दे आ। वाहिगुरु वाहिगुरु मैं कहना तकरीबन हरेक गुरुद्वारे कहंदे आ, ते फतेह भी हुण असीं हरेक ही बुलाउण लग गया, वाहिगुरु जी का खालसा वाहिगुरु जी की फतेह। मतलब किसी को नहीं पता। मैं थोड़ा जिहा अज इस पासे नूं चलिया भी ताकि सानूं पता लग जाए भी असीं कोई गलत तो नहीं कह रहे। जदों भाई गुरदास दियां 12 विचों कढ़ दिओ फिर तो मैं भी मन जावां, जे उहदे विच लिखिया तो मैं भी अपना प्रचार करूँगा।
ਚੌ ਯੁੱਗਾਂ ਦੇ ਅਵਤਾਰਾਂ ਦਾ ਨਾਮ ਹੈ ਵਾਹਿਗੁਰੂ। ਠੀਕ ਹੈ। ਆਪਾਂ ਕਹਿੰਦੇ ਜ਼ਰੂਰ ਆ, ਮੰਨਦੇ ਨਹੀਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਸੁਣ ਕੇ, ਕਈਆਂ ਨੇ ਤਾਂ ਸੁਣ ਕੇ ਮੰਨ ਲਿਆ। ਹੁਣ 10 ਪਾਤਸ਼ਾਹੀਆਂ ਹੋਈਆਂ, ਆਪਾਂ ਦਰਸ਼ਨ ਤਾਂ ਕੀਤੇ ਨਹੀਂ, ਸੁਣ ਕੇ ਮੰਨੀ ਜਾਂਦੇ ਆ। ਹਾਂਜੀ। ਤੇ ਹੁਣ ਵੀ ਇਹ ਜਿਹੜਾ ਹੈਗਾ, ਹੁਣ ਵਾਹਿਗੁਰੂ ਵਾਹਿਗੁਰੂ ਆਪਾਂ ਸਾਰੇ ਕਰਦੇ, ਸਾਰੇ ਗੁਰਦੁਆਰੇ 'ਚ ਕਰਦੇ ਆ। ਜਿੱਥੇ ਆ ਗਈ ਗੱਲ ਮੰਨਣ ਦੀ, ਉੱਥੇ ਕਹਿੰਦੇ ਨਾ ਜੀ ਅਸੀਂ ਨਹੀਂ ਮੰਨਦੇ। ਫਿਰ ਵਾਹਿਗੁਰੂ ਕਿਹਾ ਵੀ ਸਫਲਾ ਨਹੀਂ ਹੈ। ਸਫਲਾ ਤਾਂ ਉਹਨਾਂ ਦਾ ਜਿਨ੍ਹਾਂ ਨੇ ਮੰਨਿਆ। ਅੰਦਰੋਂ ਮੰਨੋ, ਸਤਿਕਾਰ ਕਰੋ। ਯੁੱਗਾਂ ਦੇ ਵਿੱਚ ਤਾਰਿਆ ਪਰਮੇਸ਼ਰ ਨੇ। ਵਿਸ਼ਨੂੰ ਜੀ, ਰਾਮ ਜੀ, ਕ੍ਰਿਸ਼ਨ ਜੀ, ਇਹ ਬਣ ਗਏ। ਕਲਯੁੱਗ ਦੇ ਵਿੱਚ 10 ਪਾਤਸ਼ਾਹੀਆਂ ਦਾ ਰੂਪ ਧਾਰਨ ਕੀਤਾ। ਮੁਸਲਮਾਨਾਂ ਨੂੰ ਤਾਰਨਾ ਸੀ, ਉੱਥੇ ਹਜ਼ਰਤ ਮੁਹੰਮਦ ਸਾਹਿਬ ਬਣ ਗਏ। ਗੋਰਿਆਂ ਨੂੰ ਤਾਰਨਾ ਸੀ, ਉੱਥੇ ਹਜ਼ਰਤ ਈਸਾ ਬਣ ਗਏ। ਹੈ ਤਾਂ ਪਰਮੇਸ਼ਰ ਹੀ ਹੈ। ਸਾਡੇ ਮਨਾਂ ਵਿੱਚੋਂ ਜਿਤਨੀ ਦੇਰ ਤੱਕ ਨਫ਼ਰਤ ਨਹੀਂ ਨਾ ਖਤਮ ਹੁੰਦੀ, ਉਨੀ ਦੇਰ ਤੱਕ ਨਾਮ ਨੇ ਟਿਕਣਾ ਨਹੀਂ। ਨਾਮ ਨੂੰ ਟਿਕਾਉਣ ਵਾਸਤੇ ਸਤਿਗੁਰੂ ਫਰਮਾਨ ਕਰਦੇ ਆ, ਭਾਂਡਾ ਧੋਵੋ, ਬੈਸ ਧੂਪ ਦੇਵੋ, ਤਉ ਦੂਧੇ ਕੋ ਜਾਓ। ਭਾਂਡੇ ਨੂੰ ਸਾਫ਼ ਕਰੋ। ਇਹ ਪਰਮੇਸ਼ਰ ਦਾ ਨਾਮ ਦੁੱਧ ਦੀ ਤਰ੍ਹਾਂ ਪਵਿੱਤਰ ਹੈ। ਇਹ ਕਿਸ ਤਰ੍ਹਾਂ? ਹੁਣ ਸਤਿਗੁਰੂ ਆਸਾ ਦੀ ਵਾਰ ਦੇ ਵਿੱਚ ਫਰਮਾਉਂਦੇ ਆ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਅੰਨ ਵੀ ਦੇਵਤਾ, ਪਾਣੀ ਵੀ ਦੇਵਤਾ, ਬੈਸੰਤਰ ਕਹਿੰਦੇ ਦੁੱਧ ਨੂੰ, ਦੁੱਧ ਵੀ ਦੇਵਤਾ, ਲੂਣ ਵੀ, ਤੇ ਪੰਜਵਾਂ ਪਾਇਆ ਘਿਰਤ, ਘਿਓ ਪਾ ਕੇ। ਇਹ ਸਾਰੇ ਪਦਾਰਥ ਸ਼ੁੱਧ ਹੁੰਦੇ ਆ। ਅਸੀਂ ਫੇਰ ਜਲਦੀ ਇਹਨਾਂ ਪਦਾਰਥਾਂ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਆ। ਉਹ ਖਾ ਲਿਆ ਜੀ, ਉਹ ਖਾ ਲਿਆ। ਜੀਵ ਦੇ ਸਵਾਦ ਮਗਰ। ਇੱਕ ਵਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੰਗਲ ਦੇ ਵਿੱਚ ਖੜੇ, ਇੱਕ ਕਾਲੀ ਬੋਲੀ ਹਨੇਰੀ ਆਈ। ਕਾਲੀ ਬੋਲੀ ਹਨੇਰੀ। ਮਰਦਾਨਾ ਕਹਿਣ ਲੱਗਾ, ਜੀ ਆਹ ਦੇਖੋ ਕਿਵੇਂ ਕਾਲੀ ਬੋਲੀ ਆਉਂਦੀ ਆ, ਮਾਰੋ ਮਾਰ ਕਰਦੀ ਤੁਰੀ ਆਉਂਦੀ ਹੈ। ਸਤਿਗੁਰੂ ਕਹਿਣ ਲੱਗੇ, ਕੋਈ ਨਹੀਂ, ਖੜਾ ਰਹੇ। ਦੇਖੋ ਜੀ ਗੜੇ ਵੀ ਆ ਰਹੇ ਆ। ਕਹਿੰਦੇ ਮਰਦਾਨਿਆ ਤੈਨੂੰ ਕੁਛ ਨਹੀਂ ਹੁੰਦਾ, ਨਿਰੰਕਾਰ ਦਾ ਨਾਮ ਲੈ, ਤੇਰੇ ਨੇੜੇ ਕੁਛ ਨਹੀਂ ਹੁੰਦਾ। ਬੜਾ ਕੁਛ ਡਰਾਉਣਾ ਕਰਕੇ ਆਖਰ ਨੂੰ ਫਿਰ ਕਲਯੁਗ ਪ੍ਰਗਟ ਹੋਇਆ। ਇੱਕ ਹੱਥ ਦੇ ਵਿੱਚ ਉਹਦਾ ਲਿੰਗ ਫੜਿਆ ਹੋਇਆ, ਇੱਕ ਹੱਥ ਦੇ ਵਿੱਚ ਜੀਭ ਫੜੀ ਹੋਈ, ਤੇ ਆ ਗਿਆ ਗੁਰੂ ਸਾਹਿਬਾਂ ਦੇ ਕੋਲੇ। ਕਹਿਣ ਲੱਗਾ, ਜੀ ਇਹ ਰਾਜ ਮੇਰਾ, ਕਲਯੁਗ ਇੱਥੇ ਰਾਜ ਮੇਰਾ, ਮੇਰੇ ਹੁਕਮ 'ਚ ਚੱਲੋ, ਮੈਂ ਤੁਹਾਨੂੰ ਬਹੁਤ ਕੁਛ ਬਖਸ਼ਿਸ਼ ਕਰੂੰਗਾ। ਸਤਿਗੁਰੂ ਕਹਿਣ ਲੱਗੇ, ਨਹੀਂ, ਕਰ ਤਾਤੀ ਠਾਂਡਾ ਹਰਨਾਓ। ਜੇ ਕਲਯੁਗ ਤੇਰੀ ਹਵਾ ਤੱਤੀ ਹੈ, ਲੋਕਾਂ ਨੂੰ ਭੁਲੇਖੇ ਵਿੱਚ ਪਾ ਦੇਗਾ। ਲੋਕ, ਕਲਯੁਗ ਦੇ ਲੋਕ ਜੀਭ ਦੇ ਸਵਾਦ ਮਗਰ ਤੁਰੇ ਫਿਰਨਗੇ। ਨਾ ਜੀਭ ਵਿੱਚ ਹੱਡੀ ਆ, ਨਾ ਲਿੰਗ ਵਿੱਚ ਹੱਡੀ ਆ। ਦੋਹਾਂ ਚੀਜ਼ਾਂ ਵਿੱਚ ਹੱਡੀ ਨਹੀਂ ਹੈ। ਕਲਯੁਗ ਕਹਿੰਦਾ ਇਹ ਦੋਏ ਚੀਜ਼ਾਂ ਲੋਕ ਇੱਧਰ ਮੁਤਰੇ ਕਰਨਗੇ। ਉਹ ਵੀ ਉਸੇ ਤਰ੍ਹਾਂ ਹੀ ਰਿਹਾ। ਸਤਿਗੁਰੂ ਕਹਿਣ ਲੱਗੇ, ਜੋ ਮੇਰੇ ਹੋਣਗੇ ਉਹ ਨਹੀਂ ਤੇਰੇ ਥੱਲੇ ਆਉਣਗੇ, ਉਹ ਪਰਮੇਸ਼ਰ ਦਾ ਨਾਮ ਹੀ ਜਪਣਗੇ। ਮੈਂ ਦੱਸ ਰਿਹਾ ਸੀਗਾ ਵੀ ਇਹ ਤੁਸੀਂ ਮੰਨੋਗੇ ਤਾਂ ਨਾਮ ਨੇ ਟਿਕਣਾ, ਤੇ ਜੇਕਰ ਤੁਸੀਂ ਮੰਨਦੇ ਹੀ ਨਹੀਂ ਤਾਂ ਨਾਮ ਨੇ ਕਿੱਥੋਂ ਟਿਕਣਾ।
फिर तो उत्तों ਧੋਈਆਂ गलदे तो बोली जाओगे, ये करी जाओ। हुण मैं आउणा इधर नूं कि नाम एक बार दशमेश पिता गुरु गोबिंद सिंह जी महाराज, उन्हां दे पास उन्हां दे वड्डे महल माता जीतो जी बेनती की गरीब नवाज, तुसी संगतां नूं नाम दा बड़ा उपदेश करदे हैं, नाम जपण दी विधि दसदे हैं, ते किरपा करो मैनूं भी समत दिओ। सतगुरु कहण लगे कोई नहीं। एक दिन फिर कहण लगे आ जा, आ तैनूं समझाइए कि परमेश्वर नूं हजरत सुल्तान बाहू ने भी जिक्र किया, इहो तन रब सच्चे दा हुजरा विच पा फकीरा झाती, ना कर मेहनत खियाज खिजर दी तेरे अंदर आवे हयाती, शौक दा दीवा बाल हनेरे मतां लभे बस्त खड़ाती, मरण थी मर गए अगे बाहू जिन हक दी रमज पछाती। हक कहंदे सच नूं, जिसने सच नूं पहचान लिया, सच दी रमज नूं समझ गया, वो पार उहदा नाम जपिया भी। महाराज कहंदे आ ये रस छाडे ओ रसावा, ये 9 दुआरियां दा रस छड्ड दिओ ते परमेश्वर दा रस आऊगा। ये रस छाडे ओ रसावा, ਉਹ ਰਸ ਛੱਡ ਹੈ ਇਹ ਰਸ ਨਹੀਂ ਭਾਵਾ। ਜੇਕਰ ਤੁਸੀਂ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੈ ਤਾਂ ਤੁਹਾਨੂੰ ਇਹਦੇ ਸਵਾਦ ਵੀ ਚੰਗੇ ਨਹੀਂ ਲੱਗਣੇ। 9 ਦੁਆਰਿਆਂ ਇਹ ਫਿੱਕੇ ਪੈ ਜਾਣ, ਕੁਝ ਸਮੇਂ ਵਾਸਤੇ ਹੈ। ਸਤਿਗੁਰੂ ਫਰਮਾਨ ਕਰਨ ਲੱਗੇ, ਉਪਦੇਸ਼ ਦਿੱਤਾ ਕਿ ਜੇ ਰੱਬ ਨੂੰ ਮਿਲਣਾ ਹੈ ਨਾ, ਸੁਣ ਕਿਹੜੀ ਵਿਧੀ ਅਪਣਾਉਣੀ ਆ। ਅੱਖੀਂ ਵਾਝੋ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਵਾਝੋ ਚੱਲਣਾ, ਬਿਨ ਹੱਥਾਂ ਕਰਨਾ, ਜੀਭਾ ਵਾਝੋ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਰੱਬ ਨੂੰ ਮਿਲਣ ਦਾ ਰਸਤਾ ਇਹ ਹੈ, ਤੁਹਾਡੀਆਂ ਅੱਖਾਂ ਦੇਖਦੀਆਂ ਨਾ ਹੋਵੇ, ਹੱਥ ਪੈਰ ਤੁਹਾਡੇ ਹਿਲਦੇ ਨਾ ਹੋਣ, ਪੈਰ ਵੀ ਤੁਹਾਡੇ ਹਿਲਦੇ ਨਾ ਹੋਣ, ਜੀਭ ਵੀ ਤੁਹਾਡੀ ਜੀਭ ਨਾ ਹਿੱਲੇ, ਹੋਂਠ ਨਾ ਫਰਕਣ, ਖਾਸ ਨਵਾਜੀ ਸੋਈ ਹੋ। ਜਿਕਰ ਜੀਵ ਅਜਰ ਅਮਰ ਇੱਕ ਨਾਮ ਹੈ, ਸਿਮਰਨ ਜੋ ਆਵੈ। ਬਾਬਾ ਕਬੀਰ ਜੀ ਜ਼ਿਕਰ ਕਰਦੇ ਆ, बिन मुखड़ा से जप करो न जीव डुलावा। ये जीव हिलदी है फिर भी नहीं, जीभे वाजो बोलना, इउं जीवत मरना। जीभ ना हिले, तुसी सवासा नाल सिमरदे होवो, गुरु नानक दर्शन देऊगा, क्यों नहीं देऊगा। कलगियां वाला ये विधि माता जीतो जी नूं समझाउंदे आ कि इस तरह सिमरन कर ते तैनूं प्राप्ति होऊगी। माता जीतो जी फिर जपण लगे। कुछ समा गुजरिया, जपदे जपदे एक दिन माता जी नूं दृष्टांत होया कि वड्डे साहिबजादे चमकौर दी गढ़ी दे विच, छोटे साहिबजादे सरहंद दी गढ़ी दे विच, सारा कुछ माता जी भी चले गए, सारा वरतांत देखिया तो सतगुਰਾਂ ਨੂੰ ਦੱਸਿਆ ਵੀ मैं ਸੁਪਨੇ ਦੇ ਵਿੱਚ ਜੋ ਪਤਾ ਨਹੀਂ ਕਿਵੇਂ ਸੀਗਾ, ਮੈਨੂੰ ਇਦਾਂ ਹੋਇਆ ਸਾਰਾ ਕੁਝ, ਕਿਤੇ ਸੱਚ ਤਾਂ ਨਹੀਂ ਹੋਊਗਾ। ਸਤਿਗੁਰੂ ਕਹਿਣ ਲੱਗੇ ਹਾਂ ਹੋਊਗਾ ਤਾਂ ਇਸੇ ਤਰ੍ਹਾਂ ਹੀ, ਪਰ ਤੈਨੂੰ ਨਾਮ ਦਿੱਤਾ ਸੀ, ਇਹ ਸਾਰਾ ਕੁਝ ਦੇਖਣ ਵਾਸਤੇ ਤਾਂ ਨਹੀਂ ਦਿੱਤਾ ਸੀ।
ਤੈਨੂੰ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਦਿੱਤਾ ਸੀ। ਪਰਮੇਸ਼ਰ ਦਾ ਨਾਮ ਸਿਮਰੋ, ਇੱਛਾ ਤੋਂ ਰਹਿਤ ਹੋ। ਤੇ ਜੇਕਰ ਅਸੀਂ ਦੂਜੇ ਦੇ ਢਿੱਡ ਦੀਆਂ ਗੱਲਾਂ ਹੀ ਬੁੱਝਣ ਵਾਸਤੇ ਕਰਨਾ, ਤਾਂ ਫਿਰ ਤਾਂ ਦੁਕਾਨਦਾਰੀ ਹੋ ਗਈ, ਚੱਲ ਪਿਆ ਕੰਮ। ਇੱਕ ਮੈਂ ਬੇਨਤੀ ਕਰਦਾ ਹੁੰਦਾ, ਉਹ ਇਹ ਆ, ਤੁਸੀਂ ਜਿਸ ਸੰਤ ਕੋਲੋਂ, ਮੈਂ ਸੰਤਾਂ ਨਾਲ ਲੱਗਦਾ ਨਹੀਂ ਹਾਂ, ਸੱਚੀ ਗੱਲ ਕਹਿਣੀ ਪੈਂਦੀ ਹੈ, ਜਿਸ ਸੰਤ ਕੋਲੋਂ ਤੁਸੀਂ ਅੰਮ੍ਰਿਤ ਛਕਦੇ ਆ, ਤੁਸੀਂ ਉਸੇ ਹੀ ਸੰਤ ਦੇ ਚੇਲੇ ਬਣ ਜਾਂਦੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੇਲੇ ਨਹੀਂ ਬਣਦੇ। ਜਿਸ ਜਿਸ ਸੰਤ ਕੋਲੋਂ ਤੁਸੀਂ ਅੰਮ੍ਰਿਤ ਛਕਿਆ, ਉਸੇ ਦੇ ਚੇਲੇ ਬਣ ਗਏ। ਉਹ ਫਿਰ ਹਾਂ ਮੇਰੇ ਇੰਨੇ ਸੇਵਕ ਆ, ਮੈਂ ਇਹਨਾਂ ਨੂੰ ਗੁਰੂ ਵਾਲੇ ਬਣਾਤਾ, ਉਹ ਗੁਰੂ ਤਾਂ ਆਪ ਬਣ ਗਿਆ। ਸਵਾਦ ਤਾਂ ਹੈ ਅੰਮ੍ਰਿਤ ਛਕਣ ਨੂੰ ਸੰਗਤਾਂ ਨੂੰ ਪ੍ਰੇਰਨ। ਇਹ ਅੰਮ੍ਰਿਤ ਛਕਣਾ, ਜਾਓ ਸ੍ਰੀ ਕੇਸਗੜ੍ਹ ਸਾਹਿਬ, ਉੱਥੇ ਜਾ ਕੇ ਅੰਮ੍ਰਿਤ ਛਕ ਕੇ ਆਓ, ਸਤਸੰਗ ਇੱਥੇ ਕਰੀ ਚਲੋ, ਫਿਰ ਤਾਂ ਹੋਈ ਮਰਦਾਂ ਵਾਲੀ ਗੱਲ। ਇਹ ਤਾਂ ਤੁਸੀਂ ਤਾਂ ਗੁਰੂ ਸਾਹਿਬਾਂ ਨਾਲੋਂ ਤੋੜਦੇ ਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਬਚਨ ਸੀ, ਗੁਰੂਆਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ, ਸੰਗਤ ਮਹਾਂਪੁਰਖਾਂ ਦੀ। ਮਹਾਂਪੁਰਖ ਕਿਹੜੇ? ਜਿਹੜੇ ਸਾਨੂੰ ਸਾਡੇ ਗੁਰੂ ਨਾਲ ਜੋੜਨ। ਤੁਹਾਨੂੰ ਇਹ ਕਰੰਗਿਆਂ ਵਾਲੇ ਨਾਲ ਜੋੜਦੇ ਆ, ਆਪਦੇ ਨਾਲ ਜੋੜਦੇ ਆ। ਤੇ ਜੇਕਰ ਇਹ ਆਪਦੇ ਨਾਲ ਜੋੜਦੇ ਆ, ਤੇ ਇਹਨਾਂ ਦੀ ਸੰਗਤ ਕੀਤਿਆਂ ਘਾਟਾ ਹੀ ਘਾਟਾ। ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ। ਜਿਹਦੇ ਮਗਰ ਚਾਰ ਚੇਲੇ ਲਾਗੇ, ਇੱਕ ਜੱਥਾ ਬਣਾ ਲਿਆ ਅੰਮ੍ਰਿਤ ਛਕਾਉਣ ਵਾਲਾ, ਤੇ ਢੋਲਕੀਆਂ ਵਾਜੇ ਚੱਕੇ ਆਪਣੇ ਪਿੰਡ ਪਿੰਡ ਤੁਰੇ ਫਿਰਦੇ ਆ, ਚੇਲੇ ਬਣਾਉਂਦੇ ਆ। ਕਲਗੀਧਰ ਦਾ ਪ੍ਰਚਾਰ ਤਾਂ ਕੋਈ ਨਹੀਂ ਕਰ ਰਿਹਾ। ਮੇਰੀ ਗੱਲ ਬਹੁਤ ਹੁਣ ਤਾਂ ਭੈੜੀ ਲੱਗੂਗੀ, ਪਰ ਨਹੀਂ, ਮੈਂ ਸੱਚੀ ਗੱਲ ਕਹਿ ਰਿਹਾ। ਕੋਈ ਮੈਂ ਇਹੋ ਜਿਹਾ ਕਰ ਕੀਤਾ ਕਰਨਾ ਨਹੀਂ। ਪਹਿਲੇ ਨੰਬਰ ਤੇ ਬਾਬਾ ਜੀ ਦੇ ਉਪਦੇਸ਼ ਮੁਤਾਬਕ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਮਾਈ ਦਾ ਸਾਧਨ ਨਹੀਂ ਬਣਾਇਆ, ਨਾ ਹੀ ਬਣਾਉਣਾ। 10 ਨੋਹਾਂ ਦੀ ਕਿਰਤ ਕਰਨੀ ਹੈ ਤੇ ਰੋਟੀ ਖਾਣੀ ਹੈ। ਸੇਵਾ ਸੰਗਤ ਲੈ ਕੇ ਆਉਂਦੀ ਆ, ਫੜੀਦੀ ਆ। ਸੋ ਭਾਈ ਗੁਰਸਿੱਖੋ, ਇਹ ਮੈਂ ਤੁਹਾਨੂੰ ਦੱਸਣਾ ਸੀ। ਵਾਹਿਗੁਰੂ ਵਾਹਿਗੁਰੂ ਤੁਸੀਂ ਹਰੇਕ ਗੁਰਦੁਆਰੇ 'ਚ ਕਰਦੇ ਹੋ, ਬੜੇ ਬੜੇ ਅਸਥਾਨਾਂ ਤੇ ਵੀ ਵਾਹਿਗੁਰੂ ਵਾਹਿਗੁਰੂ ਹੁੰਦਾ, ਪਰ ਤੁਸੀਂ ਮੰਨਦੇ ਨਹੀਂ ਹੈ। ਸਤਿਯੁਗ ਸਤਿਗੁਰ ਵਾਸਦੇਵ ਬਾਬਾ ਬਿਸ਼ਨਾ ਨਾਮ ਜਪਾਵੈ। ਬਾਬਾ ਅੱਖਰ ਲਿਆ ਵਿਸ਼ਨੂੰ ਜੀ ਤੋਂ। ਦੁਆਪਰ ਸਤਿਗੁਰ ਹਰੀ ਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵੈ। ਹਾ ਅੱਖਰ ਲਿਆ ਸ੍ਰੀ ਕ੍ਰਿਸ਼ਨ ਜੀ ਤੋਂ। ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੈ ਸੁਖ ਪਾਵੈ। ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਅਲਾਵਾ। ਇਹ ਮੈਂ ਕੋਈ ਆਪਦੇ ਕੋਲੋਂ ਬਣਾ ਕੇ ਨਹੀਂ ਕਹਿ ਰਿਹਾ, ਭਾਈ ਗੁਰਦਾਸ ਜੀ ਦੀ ਬਾਣੀ ਹੈ ਇਹ। ਚਾਰੇ ਜਾਗੇ ਚੌ ਜੁਗੀ ਪਚਾਇਣ ਵਿੱਚ ਜੈ ਸਮਾਵੈ। ਚਾਰੋਂ ਅਕਸ਼ਰ ਇੱਕ ਕਰ ਵਾਹਿਗੁਰੂ ਜਪ ਮੰਤਰ ਸੁਣਾਵੈ। ਜਹ ਤੇ ਉਪਜਿਆ ਤਹਾਂ ਸਮਾਵੈ। ਇਹ ਮੇਰਾ ਆਪਣਾ ਨਹੀਂ ਬਣਾਇਆ ਹੋਇਆ ਕੋਈ ਵੀ, ਮੈਂ ਤਾਂ ਗੁਰੂ ਸਾਹਿਬ ਦਾ ਉਪਦੇਸ਼ ਤੁਹਾਨੂੰ ਦੱਸ ਰਿਹਾ। ਉਹ ਤੁਸੀਂ ਸੁਣ ਲਓਗੇ ਚੰਗੀ ਗੱਲ ਆ, ਨਹੀਂ ਸੁਣੋਗੇ ਤਾਂ ਮਾੜੀ ਗੱਲ ਆ। ਤੇ ਸਿੱਖ ਨਾ ਖਵਾਓ। ਜੇ ਗੁਰੂ ਸਾਹਿਬਾਂ ਦੀ ਸਿੱਖਿਆ ਤੇ ਨਹੀਂ ਚੱਲਣਾ, ਫਿਰ ਸਿੱਖ ਨਾ ਖਵਾਓ। ਇੱਥੇ ਕਈ ਬੰਦੇ ਮੈਨੂੰ ਆਉਂਦੇ ਆ, ਕੀ ਹੁੰਦੇ ਆ, ਵਿੱਚ ਪ੍ਰੈਸ਼ਰ ਕਰਦੇ ਆ,
ਤੁਸੀਂ ਰਾਮ ਦਾ ਨਾਮ ਕਿਉਂ ਲੈਂਦੇ ਆ, ਤੁਸੀਂ ਕ੍ਰਿਸ਼ਨ ਦਾ ਨਾਮ ਕਿਉਂ ਲੈਂਦੇ ਆ? ਕਮੈਂਟ ਕਰਦੇ ਆ। ਨਾ ਰਾਮ ਕਿਸੇ ਦਾ। ਮੈਂ ਇੱਕ ਤੁਹਾਨੂੰ ਦੱਸਦਾ, ਗਿਆਨੀ ਗਿਆਨ ਸਿੰਘ ਹੋਇਆ ਲੇਖਕ, ਜਿਸ ਨੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥੇ ਦੋਹਰੇ ਦੀ ਰਚਨਾ ਕੀਤੀ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਦੋਹਰਾ ਉਚਾਰਨ ਕੀਤਾ। ਸਿੱਖ ਜਗਤ ਨੇ ਇਹ ਦੋਹਰਾ ਪਰਿਵਾਰ ਕਰ ਲਿਆ। ਇਹਦਾ ਇੱਕ ਲਿਖਿਆ ਹੋਇਆ ਗ੍ਰੰਥ 10ਵੇਂ ਗੁਰੂ ਚਮਤਕਾਰ ਪੁਰਾਤਨ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਕਹਿੰਦੇ ਆ ਕਿ ਸਾਡੀ ਜਿਹੜੀ ਅੰਸ ਹੈ ਇਹ ਮਹਾਰਾਜ ਰਾਮਚੰਦਰ ਜੀ ਤੋਂ ਚੱਲਦੀ ਹੈ। ਇਹ ਸੋਢੀ ਬੇਦੀ ਇਹ ਸਾਰੇ ਇੱਥੋਂ ਚੱਲਦੇ ਆ। ਜਾਂ ਤੁਸੀਂ ਉਹ ਗ੍ਰੰਥਾਂ ਨੂੰ ਪੁਰਾਣਿਆਂ ਨੂੰ ਪਾੜ ਦਿਓ, ਹਟਾ ਦਿਓ। ਮੰਨਣ ਵਾਲੇ ਪਾਸੇ ਆਓ, ਪੜ੍ਹਨ ਵਾਲੇ ਪਾਸੇ ਨਾ ਆਓ। ਵੇਦ ਪੁਰਾਨ ਪੜ੍ਹ ਥੱਕੇ। ਸਾਈਂ ਬੁੱਲੇ ਸ਼ਾਹ ਕਹਿੰਦਾ, ਉਹ ਸਜਦੇ ਕਰਦਿਆਂ ਘਸ ਗਏ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ। ਰੱਬ ਕਿੱਥੇ ਹੈ? ਸਰੀਰ ਦੇ ਅੰਦਰ, ਸਰੀਰ ਦੇ ਵਿੱਚ ਹੈ। ਨਵੇਂ ਪਾਤਸ਼ਾਹ ਕਹਿੰਦੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹ ਸੰਗ ਸਮਾਈ। ਤੇਰੇ ਸਰੀਰ ਦੇ ਅੰਦਰ ਆ, ਜੰਗਲਾਂ 'ਚ ਕੀ ਲੱਭਦਾ ਫਿਰਦਾ? ਬਾਬਾ ਫਰੀਦ ਜੀ ਵੀ ਜ਼ਿਕਰ ਕਰਦੇ, ਬੱਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਜੰਗਲਾਂ 'ਚ ਕੀ ਲੱਭਦਾ? ਰੱਬ ਦਾ ਤੇਰੇ ਅੰਦਰ ਆ, ਅੰਦਰਲੇ ਨੂੰ ਮਿਲ। ਅਸੀਂ ਭੱਜੇ ਫਿਰਦੇ ਆ ਤੀਰਥਾਂ ਤੇ, ਉੱਥੇ ਇਸ਼ਨਾਨ ਕਰ ਲਈਏ, ਉੱਥੇ ਇਸ਼ਨਾਨ ਕਰ ਲਈਏ। ਨਹੀਂ, ਇਹ ਚੀਜ਼ਾਂ ਨਹੀਂ ਬਣਨੀਆਂ। ਬਣਨੀਆਂ ਕਦੋਂ ਆ? ਨਾਮ ਨੇ ਹਿਰਦੇ ਵਿੱਚ ਟਿਕਣਾ, ਜੋ ਤੁਹਾਡੇ ਵਿੱਚੋਂ ਬਿਲਕੁਲ ਕੋਈ ਭਾਂਡਾ ਤੁਹਾਡਾ ਸਾਫ਼ ਹੋ ਗਿਆ। ਕਿਉਂ? ਯੁੱਗਾਂ ਦੇ ਅਵਤਾਰਾਂ ਦਾ ਨਾਮ ਹੈ ਵਾਹਿਗੁਰੂ, ਜਾਂ ਫਿਰ ਵਾਹਿਗੁਰੂ ਕਹਿਣਾ ਛੱਡ ਦਿਓ, ਫਿਰ ਕੋਈ ਗੱਲ ਹੋਊਗੀ। ਜੇ ਮੰਨਣਾ ਨਹੀਂ ਫਿਰ ਐਵੇਂ ਰੱਟ ਲਾਈ ਰੱਖਣੀ ਆ। ਘਰਾਂ ਦੇ ਵਿੱਚ ਵੀ ਮੈਂ ਦੇਖਦਾ ਨਾ ਟੇਪ ਜੀ ਲਾ ਕੇ, ਗੁਰਦੁਆਰਿਆਂ ਵਿੱਚ ਵੀ ਆਮ ਲੱਗੀ ਹੁੰਦੀ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੁੰਦਾ। ਮੰਨਦਾ ਕੋਈ ਹੈ ਹੀ ਨਹੀਂ। ਮੰਦਰ ਕੋਲ ਦੀ ਲੰਘ ਜਾਣਾ, ਹਾ ਇਹ ਤਾਂ ਹਿੰਦੂਆਂ ਦਾ ਮੰਦਰ ਆ। ਮਸਜਿਦ ਕੋਲ ਦੀ ਲੰਘ ਜਾਣ, ਇਹ ਤਾਂ ਮੁਸਲਮਾਨਾਂ ਦਾ ਸਥਾਨ। ਨਹੀਂ, ਇਹ ਜਿਹੜਾ ਗੁਰੂ ਨਾਨਕ ਦਾ ਮੱਤ ਆ, ਇਹ ਤਾਂ ਇਹਦੇ ਵਿੱਚ ਤਾਂ ਸਾਰੇ ਹੀ ਆਉਂਦੇ ਆ। ਜਿਵੇਂ ਤ੍ਰਿਵੈਣੀ ਨਹੀਂ, ਉੱਥੇ 3 ਨਦੀਆਂ ਇਕੱਠੀਆਂ ਆਉਂਦੀਆਂ, ਇੱਥੇ ਵੀ ਸਾਰੀਆਂ ਨਦੀਆਂ ਇਕੱਠੀਆਂ ਆਉਂਦੀਆਂ। ਗੁਰੂ ਨਾਨਕ ਦੇ ਉਪਦੇਸ਼ ਦੇ ਵਿੱਚ ਸਾਰੇ ਇਕੱਠੇ ਹੁੰਦੇ ਆ, ਕੋਈ ਵੱਖ ਨਹੀਂ ਹੈ। ਇਹ ਤਾਂ ਬਹੁਤ ਵੱਡਾ ਧਰਮ ਹੈ, ਆਲ ਵਰਲਡ ਦਾ ਧਰਮ ਹੈ ਸਿੱਖ ਧਰਮ। ਪਰ ਅਸੀਂ ਬਣਾ ਕੀ ਦਿੱਤਾ? ਛੋਟਾ ਜਿਹਾ ਧਰਮ। ਕਦੇ ਸਿੱਖ ਹੀ ਮੰਨ ਸਕਦੇ, ਹੋਰ ਨਹੀਂ ਕੋਈ ਮੰਨ ਸਕਦਾ। ਨਫ਼ਰਤ ਨੂੰ ਦੂਰ ਕਰ ਦਿਓ ਤਾਂ ਤੁਹਾਡੇ ਵਿੱਚੋਂ ਨਫ਼ਰਤ ਦੂਰ ਹੋਊਗੀ, ਤਾਂ ਰੱਬ ਦਾ ਬਸ ਆਪਣੇ ਆਪ ਹੀ ਹੋ ਗਿਆ। ਰੱਬ ਤਾਂ ਇੱਕੋ ਹੀ ਆ। ਮੁਸਲਮਾਨ ਲੋਕ ਉਹਨੂੰ ਅੱਲਾ ਕਹਿੰਦੇ ਆ, ਹਿੰਦੂ ਲੋਕ ਉਹਨੂੰ ਰਾਮ ਕਹਿੰਦੇ ਆ, ਕ੍ਰਿਸ਼ਨ ਕਹਿੰਦੇ ਆ, ਈਸਾਈ ਲੋਕ ਉਹਨੂੰ ਗੋਡ ਕਹਿੰਦੇ ਆ, ਸਿੱਖ ਮਤ ਦੇ ਲੋਕ ਉਹਨੂੰ ਵਾਹਿਗੁਰੂ ਕਹਿੰਦੇ ਆ। ਹੈ ਤਾਂ ਸਾਰਿਆਂ ਦਾ ਇਕੱਠਾ ਨਾਮ ਹੈ ਵਾਹਿਗੁਰੂ। ਸਿੱਖ ਮਤ ਤਾਂ ਬਹੁਤ ਵੱਡਾ ਮਤ ਹੈ। ਖੁੱਲ੍ਹਦਲੀ ਨਾਲ ਆਪਣੇ ਵਿਚਾਰਾਂ ਨੂੰ ਤੁਸੀਂ ਪ੍ਰਗਟ ਕਰੋ। ਇਹ ਜਿੰਨੇ ਵੀ ਆਪਣੇ ਹੈਗੇ ਆ ਗਿਆਨੀ, ਤੇ ਇਹਨਾਂ ਲੋਕਾਂ ਨੂੰ ਤਾਂ ਜ਼ਿਆਦਾ ਚਾਹੀਦਾ ਵੀ ਨਫ਼ਰਤ ਦਾ ਪ੍ਰਚਾਰ ਨਾ ਕਰੋ, ਪਿਆਰ ਦਾ। ਕਲਗੀਧਰ ਦਾ ਹੁਕਮ ਹੈ, ਸਾਚ ਕਹੂੰ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪਾਇਓ। ਪ੍ਰੇਮ ਦਾ ਪ੍ਰਚਾਰ ਕਰੋ,
ਪ੍ਰੇਮ ਦੇ ਨਾਲ ਹੀ ਰੱਬ ਮਿਲਦਾ, ਪ੍ਰੇਮ ਦੇ ਨਾਲ ਹੀ ਪਤਾ ਲੱਗਦਾ। ਤੇ ਜਿਹੜੇ ਪ੍ਰੇਮ ਨਹੀਂ ਕਰਦੇ ਉਹੀ ਬਸ ਲੱਗੇ ਪੈਂਦੇ ਆ। ਉਹ ਕਈ ਮੈਂ ਸੰਤ ਵੀ ਦੇਖੇ ਮਾਲਾ ਨੂੰ ਫੜ ਫੜ ਖਿੱਚੀ ਜਾਣਗੇ, ਜਿਵੇਂ ਖੂਹ ਦੀਆਂ ਟਿੱਡਾਂ, ਉਹ ਵੀ ਹੌਲੀ ਚੱਲਦੀਆਂ, ਉਹ ਵੀ ਹੌਲੀ ਹੌਲੀ ਪਾਣੀ ਲਿਆਉਂਦੀਆਂ ਉੱਤੇ, ਪਰ ਇਹ ਦਵਾ ਦਵ ਦਵਾ ਦਵ ਰਸੋਈ ਠੱਕ ਠਕੇ ਬਣਾਏ ਆ, ਲੋਕਾਂ ਦੇ ਕੰਮ ਚੱਲੀ ਜਾਂਦੇ ਆ। ਚਲੋ ਅੱਜ ਦਾ ਕੰਮ ਫਿਰ ਇੱਥੇ ਹੀ ਹੈ। ਹਾਂਜੀ, ਅਗਲਾ ਸਵਾਲ ਇੱਕ ਹੋਰ ਸੀਗਾ ਛੋਟਾ ਜਿਹਾ ਜੀ, ਵੀ ਨਾਨਕਸਰ ਦੇ ਅਸਥਾਨ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਬਣੇ ਆ, ਅਨੇਕਾਂ ਹੀ ਅਸਥਾਨ ਨੇ, ਅਨੇਕਾਂ ਹੀ ਕੋਈ ਸਾਧੂ ਮਹਾਤਮਾ, ਕੋਈ ਮਹਾਂਪੁਰਸ਼ ਆ, ਕੋਈ ਨਾਂ ਦਾ ਮਹਾਂਪੁਰਸ਼ ਆ, ਕੋਈ ਅਸਲੀ ਆ, ਤੇ ਉਹਨਾਂ 'ਚੋਂ ਕੋਈ ਵੀ ਜਾਂ ਕੋਈ ਹੋਰ ਕੋਈ ਸਾਧੂ ਮਹਾਤਮਾ ਵੀ ਚਿੱਟਾ ਚੋਲਾ ਪਾ ਲਵੇ ਤਾਂ ਉਹ ਵੀ ਦੇਖਣ ਨੂੰ ਲੱਗਦਾ ਵੀ ਨਾਨਕਸਰ ਨਾਲ ਸੰਬੰਧਿਤ ਹੀ ਹੈ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਯਾਨੀ ਕਿ ਉਹ ਜੋ ਵੀ ਕੋਈ ਗਲਤ ਕੰਮ ਕਰਦੇ ਆ, ਜੋ ਵੀ ਕੋਈ ਪਖੰਡ ਕਰਦੇ ਆ, ਜੋ ਝੂਠ ਮਾਰਦੇ ਆ, ਤੇ ਕੀ ਉਹਨਾਂ ਦੇ ਜਵਾਬ ਦੇ ਵੀ ਆਪਾਂ ਹੈਗੇ ਹਾਂ? ਦੇਖੋ, ਇਹਨਾਂ ਨੇ ਹੁਣ ਨਾਨਕਸਰ ਵਾਲਿਆਂ ਦੇ ਵਿੱਚ ਇੱਕੋ ਹੀ ਘਾਟ ਰਹੀ ਆ ਕਿ ਜਿੰਨੇ ਵੀ ਸਥਾਨ ਬਣੇ ਆ, ਕੋਈ ਕਹਿੰਦਾ ਮੈਂ 2 ਦਿਨ ਰਿਹਾ, ਕੋਈ ਕਹਿੰਦਾ ਮੈਂ 4 ਦਿਨ ਰਿਹਾ, ਕੋਈ ਕਹਿੰਦਾ ਮੈਂ ਨਾਨਕਸਰ ਨੂੰ ਸੁੰਘਿਆ ਸੀ, ਇਸ ਵਜ੍ਹਾ ਕਰਕੇ ਮੈਂ ਨਾਨਕਸਰ ਬਣਾ ਲਿਆ, ਤੇ ਕੋਈ ਕਹਿੰਦਾ ਮੈਂ ਤੇ ਕੋਲ ਦੀ ਲੰਘ ਗਿਆ ਸੀ, ਇਸ ਵਜ੍ਹਾ ਕਰਕੇ ਮੈਂ ਨਾਨਕਸਰ ਬਣਾ ਲਿਆ। ਸਭ ਲੋਕ ਜਿਹੜੇ ਹੈਗੇ ਨਾ ਆਪੋ ਆਪਣਾ ਇਹਨਾਂ ਦੇ ਬਣਾਏ ਹੋਏ ਆ ਢਕਵੰਜ, ਤੇ ਇਹਨਾਂ ਦੇ ਜਵਾਬ ਦੇ ਉਹੀ ਹੋਣਗੇ, ਨਾਨਕਸਰ ਨਹੀਂ ਹੋਊਗਾ। ਜੇ ਤਾਂ ਨਾਨਕਸਰ ਦੀ ਇਜਾਜ਼ਤ ਨਾਲ ਇਹ ਬਣਾਏ ਆ ਉਹਨਾਂ ਨੇ, ਫਿਰ ਨਾਨਕਸਰ ਜਵਾਬਦੇਹ ਆ। ਤੇ ਜੇਕਰ ਉਹ ਆਪਦੀ ਮਨ ਦੀ ਮਰਜ਼ੀ ਨਾਲ ਬਣਾਈ ਬੈਠੇ, ਕੋਈ ਕਿਤੇ ਬਣਾਈ ਬੈਠਾ, ਕੋਈ ਘਰ ਦੇ ਵਿੱਚ ਹੀ ਬਣਾਈ ਬੈਠਾ, ਤੇ ਮੇਰੇ 'ਚ ਬਾਬਿਆਂ ਦੀ ਜੋਤ ਪ੍ਰਗਟ ਹੋ ਗਈ, ਮੇਰੇ 'ਚ ਬਾਬਾ ਦੀਪ ਸਿੰਘ ਦੀ ਜੋਤ ਪ੍ਰਗਟ ਹੋ ਗਈ, ਇਹੋ ਜਿਹੇ ਲੋਕ ਆਪਣੇ ਠਾਠਾ ਪਾ ਕੇ ਚਲਾਈ ਬੈਠੇ ਆ। ਤੇ ਉਹਨਾਂ ਲੋਕਾਂ ਦੇ ਅਸੀਂ ਨਹੀਂ ਜਵਾਬਦੇਹ, ਅਸੀਂ ਜਵਾਬਦੇਹ ਆਪ ਦਾ, ਨਾਨਕਸਰ ਦਾ। ਨਾਨਕਸਰ ਦੇ ਵਿੱਚ ਜਿਹੜੇ ਹੁਣ ਬੈਠੇ ਆ ਇਹਨਾਂ ਦੀ ਆਗੇ ਤੋਂ ਬਗੈਰ ਹੀ ਉਹ ਬਣਾਈ ਜਾਂਦੇ ਆਪੋ ਆਪਣੇ ਅਸਥਾਨ, ਕੋਈ ਕਿਤੇ ਬਣਾਈ ਬੈਠਾ, ਕੋਈ ਕਿਤੇ ਬਣਾਈ ਬੈਠਾ। ਕੋਈ ਕਹਿੰਦਾ ਮੈਂ ਨਾਨਕਸਰ ਜਾਂਦਾ ਸੀ, ਬਾਬਾ ਈਸ਼ਰ ਸਿੰਘ ਦੀ ਪੂਰਨਮਾਸ਼ੀਆਂ ਤੇ ਮੈਂ 10 ਪੂਰਨਮਾਸ਼ੀਆਂ ਕੀਤੀਆਂ ਤੇ ਮੈਨੂੰ ਗਿਆਨ ਹੋ ਗਿਆ, ਕਿ ਮੈਂ ਇਸ ਵਜ੍ਹਾ ਕਰਕੇ। ਨਹੀਂ, ਇਹ ਸਭ ਝੂਠ ਹੈ। ਕਿਤੇ ਇਹਨਾਂ ਨੂੰ ਨਾਂ ਰੈਕੋਗਨਾਈਜ਼ ਕਰਾਉਣਾ ਚਾਹੀਦਾ ਸੀਗਾ ਨਾਨਕਸਰ, ਤਾਂ ਕਿ ਐਵੇਂ ਤੁਰਿਆ ਜਾਂਦਾ ਬੰਦਾ ਨਾ ਇਹਦਾ ਵਰਤ ਸਕੇ। ਹਾਂਜੀ, ਅਗਲਾ ਸਵਾਲ। ਹਾਂਜੀ, ਬਸ ਇੱਦਾਂ ਹੀ, ਬਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।